TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਤੇ ਵਿਚਾਰ ਚਰਚਾ ਕਰੀਏ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਆ ਸਖਤ ਫੈਸਲਾ। ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਮੌਤ। ਭਗਵੰਤ ਮਾਨ ਨੇ ਚੰਨੀ ਦੀ ਚੁਣੌਤੀ ਕਬੂਲੀ। ਪੰਜਾਬ ਵਿੱਚ ਭਾਜਪਾ ਦਾ ਮੁੜ ਤੋਂ ਵਿਰੋਧ ਵਧਿਆ। ਤਲਵੰਡੀ ਸਾਬੋ 'ਚ ਭਗਵੰਤ ਮਾਨ ਨੂੰ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਕੀਤਾ ਪਲਟਵਾਰ। ਸਾਬਕਾ ਸੰਸਦ ਹਰਿੰਦਰ ਸਿੰਘ ਖਾਲਸਾ ਮੁੜ ਅਕਾਲੀ ਦਲ ਵਿੱਚ ਹੋਏ ਸ਼ਾਮਲ ਅਤੇ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਲਾਂ ਵਧੀਆਂ। ਦੋਸਤੋ, ਇਹ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਵਿਚਾਰੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਉਹਨਾਂ ਤੇ ਚਰਚਾ ਕੈਨੇਡਾ ਵਾਲੇ ਪਾਸੋਂ ਸ਼ੁਰੂ ਕਰੀਏ। ਕੈਨੇਡਾ ਦੇ ਵਿੱਚ ਕੋਵਿਡ-19 ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਪਾਬੰਦੀਆਂ ਦੇ ਖਿਲਾਫ ਬੀਤੇ ਕੁਝ ਕੁ ਦਿਨਾਂ ਤੋਂ, ਕੁਝ ਹਫ਼ਤਿਆਂ ਤੋਂ ਪ੍ਰਦਰਸ਼ਨ ਹੋ ਰਹੇ ਨੇ। ਅਸਲ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਟਰੱਕਾਂ ਅਤੇ ਕੁਝ ਹੋਰ ਵਾਹਨ ਨੇ ਜਿਨ੍ਹਾਂ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ ਦੇ ਉੱਤੇ ਬੈਠੇ ਹੈ। ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸਖਤ ਫੈਸਲਾ ਲੈਂਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਟਰੱਕ ਡਰਾਈਵਰਾਂ ਤੇ ਹੋਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਹ ਐਮਰਜੈਂਸੀ ਦਾ ਐਲਾਨ ਕਰ ਰਹੇ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਓਟਵਾ ਦੀ ਵਿਵਸਥਾ ਨੂੰ ਖਰਾਬ ਕੀਤਾ ਹੈ, ਕੈਨੇਡਾ ਦੇ ਕੋਵਿਡ-19 ਸੰਬੰਧੀ ਲਗਾਈਆਂ ਗਈਆਂ ਪਾਬੰਦੀਆਂ ਦੀ ਸ਼ਰੇਆਮ ਉਲੰਘਣਾ ਕੀਤੀ ਹੈ। ਉਹਨਾਂ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਸੂਬਿਆਂ ਦੇ ਵੱਖੋ-ਵੱਖ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਫਿਰ ਮੁਲਕ ਨੂੰ ਸੰਬੋਧਨ ਕਰਨ ਦੀ ਉਹਨਾਂ ਨੇ ਯੋਜਨਾ ਬਣਾਈ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਇਸ ਹਾਲਾਤ ਨੂੰ ਖਤਮ ਕਰਨ ਲਈ ਐਮਰਜੈਂਸੀ ਲਾਗੂ ਕਰ ਰਹੇ ਹੈ। ਹਾਲਾਂਕਿ ਇਹ ਕਾਫੀ ਮੁਸ਼ਕਲ ਹੈ। ਅਜਿਹਾ ਕਾਫੀ ਮੁਸ਼ਕਲ ਦੌਰ ਹੁੰਦਾ ਹੈ ਜਦੋਂ ਐਮਰਜੈਂਸੀ ਕਿਸੇ ਮੁਲਕ ਵਿੱਚ ਲਾਗੂ ਕੀਤੀ ਜਾਂਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਸਾਡੀ ਇਕਨੋਮੀ ਦੇ ਨਾਲ ਜਨਤਾ ਦੀ ਸੁਰੱਖਿਆ ਦਾ ਮਸਲਾ ਵੀ ਜੁੜਿਆ ਹੋਇਆ ਹੈ। ਇਸ ਤਰ੍ਹਾਂ ਦੇ ਜੋਖਮ ਅਸੀਂ ਨਹੀਂ ਉਠਾ ਸਕਦੇ ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਹੋਰ ਸਹਿਣ ਨਹੀਂ ਕਰ ਸਕਦੇ, ਇਹਨਾਂ ਨੂੰ ਵਧਣ ਨਹੀਂ ਦੇ ਸਕਦੇ। ਦੱਸਣਾ ਬਣਦਾ ਕਿ ਕੈਨੇਡਾ ਸਰਕਾਰ ਨੇ ਕੋਵਿਡ-19 ਦੀ ਵੈਕਸੀਨ ਨੂੰ ਲਾਜ਼ਮੀ ਕਰਾਰ ਦਿੱਤਾ ਸੀ, ਜਿਸ ਨੂੰ ਲੈ ਕੇ ਕੁਝ ਟਰੱਕ ਡਰਾਈਵਰ ਸੜਕਾਂ ਤੇ ਆ ਗਏ ਸੀ ਕਿ ਅਸੀਂ ਟੀਕਾ ਨਹੀਂ ਲਵਾਉਣਾ। ਔਰ ਕੈਨੇਡਾ ਦੇ ਵਿੱਚ ਇਹ ਜਿਹੜੀ ਐਮਰਜੈਂਸੀ ਲਾਗੂ ਕੀਤੀ ਗਈ ਹੈ, ਇਹ ਪਹਿਲੀ ਵਾਰੀ ਲਾਗੂ ਕੀਤੀ ਗਈ ਹੈ ਕੈਨੇਡਾ ਦੇ ਇਤਿਹਾਸ ਦੇ ਵਿੱਚ। ਐਮਰਜੈਂਸੀ ਐਕਟ ਲਾਗੂ ਕਰ ਦਿੱਤਾ ਗਿਆ ਜੋ ਕਿ ਫੈਡਰਲ ਸਰਕਾਰ ਨੂੰ ਕਰੋਨਾ ਮਹਾਮਾਰੀ ਪਾਬੰਦੀਆਂ ਦੇ ਖਿਲਾਫ ਅੜਿੱਕਿਆਂ ਤੇ ਵਿਰੋਧਾਂ ਨੂੰ ਸੰਭਾਲਣ ਦੇ ਵਾਸਤੇ ਵਾਧੂ ਤਾਕਤਾਂ ਦਿੰਦਾ ਹੈ। ਹੁਣ ਉਹਨਾਂ ਨੂੰ ਉੱਥੋਂ ਜੇ ਪਾਸੇ ਕਰਨਾ ਹੋਵੇ ਤਾਂ ਕੈਨੇਡਾ ਸਰਕਾਰ ਕੋਲ ਵਾਧੂ ਤਾਕਤਾਂ ਨੇ, ਪਰ ਉਹ ਲੋਕ ਇਸ ਵਕਤ ਵਿਰੋਧ ਤੇ ਉਤਰੇ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਟੀਕਾ ਲਵਾਉਣਾ ਨਹੀਂ ਪਰ ਟਰੱਕ ਵੀ ਚਲਾਉਣਾ ਹੈ। ਖਾਸ ਕਰਕੇ ਮੇਨ ਸਟ੍ਰੀਮ ਭਾਈਚਾਰਾ ਇਸ ਗੱਲ ਦੀ ਵੀ ਨੁਕਤਾਚੀਨੀ ਕਰ ਰਿਹਾ ਹੈ ਕਿ ਪੰਜਾਬੀ ਭਾਈਚਾਰਾ ਟਰੱਕਿੰਗ ਇੰਡਸਟਰੀ ਦੇ ਵਿੱਚ ਵੱਡੇ ਪੈਮਾਨੇ ਤੇ ਹੈ, ਭਾਵੇਂ ਉਹਨਾਂ ਦੇ ਟਰੱਕ ਆਪਣੇ ਹੋਣ ਜਾਂ ਡਰਾਈਵਰੀ ਕਰਦੇ ਹੋਣ, ਪਰ ਇਸ ਵਿਰੋਧ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਉਹਦੇ ਵਿੱਚ ਪੰਜਾਬੀ ਦੇਖਣ ਨੂੰ ਨਹੀਂ ਮਿਲ ਰਹੇ, ਜਿਸ ਕਰਕੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਵੀ ਨਿਸ਼ਾਨਾ ਵਿੰਨ੍ਹਿਆ ਸੀ। ਪਰ ਹੁਣ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਨੇ ਕੁਝ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਕਰ ਲਿਆ ਹੈ। ਅਗਲੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪ੍ਰੋਗਰਾਮ ਪੰਜਾਬ ਬੋਲਦਾ ਸਮਾਪਤ ਕਰਕੇ ਹਟਿਆ ਸੀ। ਉਸੇ ਹੀ ਵਕਤ ਖਬਰ ਮਿਲੀ ਤੇ ਨਾਲ ਦੀ ਨਾਲ ਇੱਕ ਵੱਡੀ ਖਬਰ ਦੇ ਰੂਪ ਵਿੱਚ ਆਪਣੇ ਪ੍ਰੋਗਰਾਮ ਆਪਣੇ ਚੈਨਲ ਦੇ ਉੱਤੇ ਉਸ ਖਬਰ ਨੂੰ ਪਾ ਦਿੱਤਾ ਗਿਆ ਸੀ ਕਿ ਪੰਜਾਬੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ ਹੈ। ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਹੋਇਆ ਸੀ ਤੇ ਉਹਨਾਂ ਦੀ ਮੌਤ KMP ਹਾਈਵੇ ਦੇ ਉੱਤੇ ਇੱਕ ਸੜਕ ਦੁਰਘਟਨਾ ਦੇ ਕਾਰਨ ਹੋਈ। ਦੀਪ ਸਿੱਧੂ ਨੇ ਭਾਵੇਂ ਰਮਤਾ ਜੋਗੀ ਕੀਤੀ ਪਰ ਪ੍ਰਸਿੱਧੀ ਉਹਨਾਂ ਨੂੰ ਜ਼ੋਰਾ 10 ਨੰਬਰੀਆਂ ਦੇ ਵਿੱਚ ਆ ਕੇ ਮਿਲੀ ਸੀ। ਉਹਨਾਂ ਨੇ ਜ਼ੋਰਾ ਪਾਰਟ 2 ਵੀ ਕੀਤਾ, ਸਾਡੇ ਵਾਲੇ ਵੀ ਕੀਤਾ, ਕਈ ਹੋਰ ਫਿਲਮਾਂ ਕੀਤੀਆਂ
ਅਸਲ ਦੇ ਵਿੱਚ ਦੀਪ ਸਿੱਧੂ ਲੋਕਾਂ ਦੀ ਜ਼ੁਬਾਨ ਤੇ ਚਰਚਾ 'ਚ ਉਸ ਵਕਤ ਵੀ ਆਏ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ। ਕਿਸਾਨੀ ਸੰਘਰਸ਼ ਦੇ ਦੌਰਾਨ ਭਾਵੇਂ ਉਹ ਕਿਸਾਨ ਆਗੂਆਂ ਦੀ ਨੁਕਤਾਚੀਨੀ ਕਰਦੇ ਰਹੇ ਹੋਣ, ਭਾਵੇਂ ਜਿਸ ਦਿਨ ਟਰੈਕਟਰ ਪਰੇਡ ਕੱਢੀ ਗਈ ਸੀ ਉਹ ਲਾਲ ਕਿਲੇ ਤੇ ਚਲੇ ਗਏ ਸਨ, ਉਹਦੇ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਸੀ ਅਤੇ ਕਈ ਮਹੀਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਬਿਤਾਉਣੇ ਪਏ ਸਨ। ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਏ ਸੀ। ਇੱਕ ਵਾਰੀ ਉਹਨਾਂ ਨੂੰ ਉਸ ਸੰਘਰਸ਼ ਦੇ ਵਿੱਚੋਂ ਭੱਜਣਾ ਵੀ ਪਿਆ ਸੀ। ਵੀਡੀਓ ਕਾਫੀ ਵਾਇਰਲ ਹੋਈ ਸੀ। ਸਮੇਂ-ਸਮੇਂ ਤੇ ਦੀਪ ਸਿੱਧੂ ਆਪਣੇ ਦਲੇਰਾਨਾ ਭਾਸ਼ਣ ਦੇ ਕਾਰਨ ਚਰਚਾ ਵਿੱਚ ਰਹਿੰਦੇ ਸੀ। 2019 ਦੀ ਲੋਕ ਸਭਾ ਚੋਣ ਦੇ ਵੇਲੇ ਕਿਉਂਕਿ ਦਿਓਲ ਪਰਿਵਾਰ ਦੇ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ, ਸਨੀ ਦਿਓਲ ਦਾ ਉਹ ਪ੍ਰਚਾਰ ਕਰਦੇ ਰਹੇ ਤੇ ਅੱਜ ਕੱਲ੍ਹ ਜਿਹੜੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ, ਇਸ ਵਕਤ ਉਹ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਮਾਇਤ ਤੇ ਸਨ। ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਦੀਪ ਸਿੱਧੂ ਵੈਲੈਂਟਾਈਨ ਡੇ ਮਨਾ ਕੇ ਆਪਣੀ ਮਹਿਲਾ ਮਿੱਤਰ ਦੇ ਨਾਲ KMP ਹਾਈਵੇ ਦੇ ਰਾਹੀਂ ਸਕਾਰਪੀਓ ਗੱਡੀ ਦੇ ਵਿੱਚ ਪੰਜਾਬ ਆ ਰਹੇ ਸਨ ਤੇ ਇੱਕ ਟਰੱਕ ਦੇ ਵਿੱਚ ਉਹਨਾਂ ਦਾ ਇਹ ਸਕਾਰਪੀਓ ਜਾ ਵੱਜਿਆ। ਇਹ ਦੁਰਘਟਨਾ ਇੰਨੀ ਕੁ ਜ਼ਬਰਦਸਤ ਸੀ ਕਿ ਦੀਪ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ। ਪਹਿਲਾਂ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ 3 ਵਿਅਕਤੀ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਨਹੀਂ, ਦੀਪ ਸਿੱਧੂ ਅਤੇ ਉਹਨਾਂ ਦੀ ਮਹਿਲਾ ਮਿੱਤਰ ਜਿਸ ਦਾ ਨਾਮ ਰੀਨਾ ਦੱਸਿਆ ਜਾ ਰਿਹਾ ਹੈ ਅਤੇ ਉਹ ਅਮਰੀਕਾ ਦੀ ਰਹਿਣ ਵਾਲੀ ਹੈ। ਦੋਵੇਂ ਹੀ ਕਾਰ ਦੇ ਵਿੱਚ, ਦੋਵੇਂ ਹੀ ਸਕਾਰਪੀਓ ਦੇ ਵਿੱਚ ਸਵਾਰ ਸਨ ਤੇ ਦੀਪ ਸਿੱਧੂ ਖੁਦ ਇਸ ਗੱਡੀ ਨੂੰ ਚਲਾ ਰਹੇ ਸੀ ਅਤੇ ਰੀਨਾ ਉਹਨਾਂ ਦੇ ਨਾਲ ਬੈਠੀ ਸੀ। ਟਰਾਲੇ ਦੇ ਵਿੱਚ ਡਰਾਈਵਰ ਵਾਲਾ ਪਾਸਾ ਸਕਾਰਪੀਓ ਦਾ ਲੱਗਣ ਦੇ ਕਾਰਨ ਦੀਪ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਰੀਨਾ ਸਿੱਧੂ ਨੂੰ ਥੋੜੀਆਂ ਬਹੁਤ ਸੱਟਾਂ ਲੱਗੀਆਂ ਸੀ ਅਤੇ ਉਸ ਨੂੰ ਖਰਖੌਦਾ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਇਹ ਦੁਰਘਟਨਾ ਕਿਵੇਂ ਵਾਪਰੀ, ਇਹਦੇ ਬਾਬਤ ਪੁਲਿਸ ਤੋਂ ਪੁੱਛਗਿੱਛ ਵੀ ਕਰ ਰਹੀ ਸੀ। ਦੀਪ ਸਿੱਧੂ ਨੇ ਦਰਅਸਲ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਦੀਪ ਸਿੱਧੂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਉਹਨਾਂ ਨੇ ਕਿੰਗਫਿਸ਼ਰ ਮਾਡਲ ਹੰਟ ਦੇ ਜੇਤੂ ਰਹਿ ਕੇ ਇਸ ਪਾਸੇ ਵੱਲ ਕਦਮ ਵਧਾਏ ਸਨ ਤੇ ਬਾਅਦ ਦੇ ਵਿੱਚ ਮਿਸਟਰ ਇੰਡੀਆ ਕੰਟੈਸਟ ਦੇ ਵਿੱਚ ਵੀ ਉਹਨਾਂ ਨੇ ਮਿਸਟਰ ਪਰਸਨੈਲਿਟੀ ਦਾ ਖਿਤਾਬ ਜਿੱਤਿਆ ਸੀ। ਸਾਲ 2015 ਦੇ ਵਿੱਚ ਦੀਪ ਸਿੱਧੂ ਦੀ ਪਹਿਲੀ ਫਿਲਮ ਰਮਤਾ ਜੋਗੀ ਆਈ, ਪਰ ਜਦੋਂ 2018 ਦੇ ਵਿੱਚ ਜ਼ੋਰਾ 10 ਨੰਬਰੀ ਆਈ, ਚਰਚਾ ਵਿੱਚ ਦੀਪ ਸਿੱਧੂ ਉਸ ਵਕਤ ਆਏ ਸਨ, ਮਸ਼ਹੂਰੀ ਉਸ ਵਕਤ ਮਿਲੀ ਸੀ। ਦੀਪ ਸਿੱਧੂ ਦੀ ਇਸ ਬੇਵਕਤੀ ਮੌਤ ਦੇ ਉੱਤੇ ਤਕਰੀਬਨ 37 ਕਵਰਿਆਂ ਦੇ ਸਨ। ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ, ਇੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਆਪ ਦੇ ਸੰਸਦ ਭਗਵੰਤ ਮਾਨ ਨੇ ਅਤੇ ਹੋਰ ਬਹੁਤ ਸਾਰੇ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੁਝ ਇੱਕ ਲੋਕ ਇਹ ਵੀ ਆਖ ਰਹੇ ਨੇ ਕਿ ਸ਼ਾਇਦ ਇਹ ਕੋਈ ਹਾਦਸਾ ਨਹੀਂ, ਕੋਈ ਗਿਣੀ ਮਿੱਥੀ ਸਾਜ਼ਿਸ਼ ਹੋ ਸਕਦੀ ਹੈ ਕਿ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਪਰ ਮੁੱਢਲੀਆਂ ਖਬਰਾਂ ਮਿਲੀਆਂ ਸੀ ਕਿ ਟਰੱਕ ਪਾਰਕ ਕੀਤਾ ਹੋਇਆ ਸੀ, ਪਰ ਕੁਝ ਕੁ ਲੋਕ ਕਹਿੰਦੇ ਟਰੱਕ ਜਾ ਰਿਹਾ ਸੀ ਤੇ ਅਚਨਚੇਤ ਬ੍ਰੇਕਾਂ ਲਾਈਆਂ ਗਈਆਂ। ਜਿਵੇਂ ਵੀ ਹੋਇਆ, ਇਸ ਮਸਲੇ ਦੀ ਦੇਖੋ ਕਿ ਜਾਂਚ ਪੜਤਾਲ ਹੁੰਦੀ ਹੈ ਜਾਂ ਨਹੀਂ। ਪਰ ਦੂਸਰੀ ਬੇਨਤੀ ਇਹ ਹੈ ਕਿ ਇਹ ਪਹਿਲਾ ਐਕਸੀਡੈਂਟ ਨਹੀਂ ਕਿ ਕਿਸੇ ਖੜੇ ਟਰੱਕ ਦੇ ਵਿੱਚ ਪਿੱਛੋਂ ਆ ਕੇ ਗੱਡੀ ਵੱਜੀ ਹੋਵੇ। ਇਹ ਪੁਲਿਸ ਨੂੰ, ਇਹ ਪ੍ਰਸ਼ਾਸਨ ਨੂੰ, ਇਹ ਸੂਬਾ ਸਰਕਾਰਾਂ ਨੂੰ, ਇਹ ਕੇਂਦਰ ਸਰਕਾਰ ਨੂੰ, ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਸੜਕ ਦੇ ਉੱਤੇ ਕਿਸੇ ਟਰੱਕ ਨੂੰ, ਕਿਸੇ ਕਾਰ ਨੂੰ ਪਾਰਕ ਨਹੀਂ ਕੀਤਾ ਜਾ ਸਕਦਾ। ਕੁਝ ਵਰ੍ਹੇ ਪਹਿਲਾਂ ਤੁਹਾਨੂੰ ਯਾਦ ਹੋਣਾ, ਇੱਕ ਨੌਜਵਾਨ ਆਪਣੇ ਪਰਿਵਾਰਕ ਜੀਆਂ ਨੂੰ ਦਿੱਲੀ ਹਵਾਈ ਅੱਡਿਓਂ ਲੈ ਕੇ ਜਾ ਰਿਹਾ ਸੀ। ਬਿਲਕੁਲ ਦਰਾਹਾ ਦੇ ਉਹ ਨਹਿਰ ਦੇ ਨੇੜੇ GT ਰੋਡ ਦੇ ਉੱਤੇ ਇੰਜ ਹੀ ਐਕਸੀਡੈਂਟ ਹੋਇਆ ਸੀ। ਖੜੇ ਟਰੱਕ ਦੇ ਵਿੱਚ ਜਾ ਕੇ ਗੱਡੀ ਵੱਜੀ ਸੀ ਅਤੇ ਬਚਿਆ ਪਿੱਛੇ ਕੱਖ ਨਹੀਂ ਸੀ। ਇਹ ਪਹਿਲੀ ਖਬਰ ਨਹੀਂ, ਇਸ ਤਰ੍ਹਾਂ ਪਹਿਲਾਂ ਵੀ ਦੁਰਘਟਨਾ ਹੁੰਦੀਆਂ ਰਹੀਆਂ ਨੇ। ਸੋ ਕਿਰਪਾ ਕਰਕੇ ਆ ਚੋਣਾਂ ਵੀ ਚੱਲ ਰਹੀਆਂ ਨੇ, ਕਿਹੋ ਕਿ ਇਸ ਤਰ੍ਹਾਂ ਦੇ ਕਾਨੂੰਨ ਤਾਂ ਬਣਾ ਦਿਓ ਕਿ ਕਿਸੇ ਵੀ ਗੱਡੀ ਨੂੰ GT ਰੋਡ ਦੇ ਉੱਤੇ ਜਾਂ ਸੜਕ ਦੇ ਉੱਤੇ ਪਾਰਕ ਨਹੀਂ ਕੀਤਾ ਜਾ ਸਕਦਾ। ਅਗਲੀ ਜਿਹੜੀ ਖਬਰ ਹੈ, ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੁਣੌਤੀ ਸਵੀਕਾਰ ਕਰ ਲਈ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵੀ ਨੇ, ਸੂਬਾ ਪ੍ਰਧਾਨ ਵੀ ਨੇ ਤੇ CM ਦੇ ਚਿਹਰੇ ਵੀ ਨੇ। ਹਲਕਾ ਭਦੌੜ ਦੇ ਵਿੱਚ ਕੱਲ ਉਹ ਲਾਭ ਸਿੰਘ ਉਗੋਕੇ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋਅ ਕਰ ਰਹੇ ਸੀ। ਰੋਡ ਸ਼ੋਅ ਕਰਦਿਆਂ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਹ ਚੁਣੌਤੀ ਕਬੂਲੀ ਜਿਸ ਦੇ ਵਿੱਚ ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਸੀ ਕਿ ਭਗਵੰਤ ਮਾਨ ਮੈਨੂੰ ਐਵੇਂ ਨਿੰਦ ਰਿਹਾ, ਅਸਲ ਦੇ ਵਿੱਚ ਅਨਪੜ੍ਹ ਬੰਦਾ ਹੈ, ਉਹਨੂੰ ਮੇਰੀ ਜਾਇਦਾਦ ਪੜ੍ਹ ਕੇ ਸੁਣਾਉਣੀ ਨਹੀਂ ਆਈ ਜਾਂ ਪੜ੍ਹਨੀ ਨਹੀਂ ਆਈ, ਇਸ ਕਰਕੇ ਭਗਵੰਤ ਮਾਨ ਆਪਣੀ ਜਾਇਦਾਦ ਦੇ ਨਾਲ ਮੇਰੀ ਜਾਇਦਾਦ ਵਟਾ ਲੈਣ। ਹੁਣ ਉਹ ਚੁਣੌਤੀ ਨੂੰ ਭਗਵੰਤ ਮਾਨ ਨੇ ਸਵੀਕਾਰ ਕਰ ਲਿਆ। ਉਹਨਾਂ ਨੇ ਕਿਹਾ
कि चन्नी नाल मैं अपनी जमीन जायदाद जो भी प्रॉपर्टी है वटाउण नूं तैयार है, ते नाल ही चन्नी अपने भाणजे भतीजियां की जायदाद भी वटा लैण। भगवंत मान ने यह भी आख्या कि चरणजीत सिंह चन्नी जी हलका भदौड़ है ना जिहड़ा, ये ਸਾਹਿਤਕਾਰਾਂ ते इनकलाबी लोगों का हलका है। सारे पंजाब दीयां नज़रां इस हलके ते टिकियां होईयां ने अते हलका भदौड़ दे लोग सचमुच कहंदे इतिहास सिरजणगे। दसना बनदा है कि बीते दिनी अपने आप नूं गरीब दसदियां मुख मंत्री चरणजीत सिंह चन्नी ने आख्या सी कि भगवंत मेरे नाल अपनी जायदाद वटा लवे ते चुनौती दित्ती सी। भगवंत मान ने इत्थों तक आख दित्ता सी कि अनपढ़ बंदा है, उहदे कोलों पंजाब नहीं संभालिया जाना। चरणजीत सिंह चन्नी समय समय ते चुनौतियां दिंदे ने, पर उन्हां दी चुनौती भगवंत मान ने तां स्वीकार कर ली है। पर बीते दिनी एक भगवंत मान ने भी उन्होंने चुनौती दित्ती सी। वो चुनौती ये सी कि चरणजीत सिंह चन्नी कहंदे ने कि भगवंत तां हर थां तो हारू। उन्होंने आख्या सी कि इंज करो, श्री चमकौर साहब हलका रिजर्व है, उस वक्त वो भदौड़ तो हले ऐलाने नहीं सी गए। उन्होंने आख्या सी कि श्री चमकौर साहब तां रिजर्व है, इत्थों तां मैं आके चोण नहीं लड़ सकदा, तुसी इंज करो धूरी तो आके मेरे मुकाबले च चोण लड़ लो, पता लग जू कि हरमन प्यारा नेता कौन है। क्योंकि एक रिजर्व हलके वाला एससी भाईचारे नाल संबंधित बंदा जनरल सीट तो आके तां चोण लड़ सकदा है, पर मैं तुहाडे हलके तो जाके चोण लड़ नहीं सकदा। हुण वेखदे हां कि वो चुनौती भी चरणजीत सिंह चन्नी होरां ने भगवंत मान की स्वीकारी नहीं सी, पर चरणजीत सिंह चन्नी की चुनौती भगवंत मान ने स्वीकार कर ली है कि की हुण चरणजीत सिंह चन्नी इहदे ते कोई चुप तोड़दे आ जां घेसल मारदे आ। पंजाब दे विच अगली खबर का जिक्र करिए कि भारतीय जनता पार्टी का विरोध ज्यों-ज्यों चोणां नेड़े आ रहीआं ने त्यों-त्यों वधदा जा रहा है, ये तिखा ही हुंदा जा रहा है। कल श्री मुक्तसर साहब दे विच पहुंचे सी केंद्री रखिया मंत्री राजनाथ सिंह, उन्हां दा विरोध किसानां ने रज के कीता। मुक्तसर कोटकपूरा बाईपास से उन्होंने धरना भी लाया, भाजपा के खिलाफ नारेबाजी भी की। खबर तो यह है कि किसान अनाज मंडी के विच जिहड़ी उन्हां दी रैली होनी सी, जिहड़ा जलसा सी उत्थे पहुंचना चाहुंदे सी, विरोध अपना दर्ज करवाउणा चाहुंदे सी, पर पुलिस ने तकरीबन 3 किलोमीटर पहलां ही कोटकपूरा बाईपास चौक के कोल किसानां नूं रोक लिया ते किसान उत्थे ही धरना मार के बैठ गए। किसानां ने धरना मार के केंद्रीय मंत्री ते भाजपा के विरुद्ध नारेबाजी भी की। दसना बनता है कि राजनाथ सिंह भाजपा के उम्मीदवार राजेश गोरा के हक में रैली को संबोधन करने वास्ते श्री मुक्तसर साहब उचेचे तौर पर पहुंचे सन। इस तरह फिर अगला प्रोग्राम उन्होंने कल फरीदकोट में सी। फरीदकोट के विच भी उन्होंने एक रैली को संबोधन किया। उत्थे भी किसान जथेबंदियां ने रखिया मंत्री राजनाथ का घिराव करने की कोशिश की, पर किसानों को रैली वाली थां के नेड़े जाण नहीं दिता गया। इस तरह संयुक्त किसान मोर्चा की अगवाई के हेठ इकट्ठे हुए किसानों ने मौड़ मंडी पहुंचे सी भाजपा के कौमी प्रधान जेपी नड्डा का भी विरोध किया है, जिस कारण वो रैली वाली थां ते पता लग्या कि लगभग 2 घंटे लेट पहुंचे। ये भी जानकारी मिली है कि पुलिस कई किसान आगुआं नूं बसां दे विच बिठा के किसी अणदसी थां ते लै गई सी, पर बाद विच उन्हां नूं छड्ड दिता गया। उधर बਨੂੜ नेड़ले पिंड जंगपुरा च भी पता लग्या है कि किसान कारकुनां ने कौमी मार्ग तो पिंड नूं जांदी सड़क उत्ते काले झंडे लैके भाजपा के विरुद्ध प्रदर्शन किया, भाजपा के खिलाफ नारेबाजी की। विरोध कर रहे किसानों का कहना यह सी कि दिल्ली दीयां सरहदां ते असीं साल भर तो वध बैठे रहे, 750 तो वध असीं जानां कुर्बान कर दित्तियां। भाजपा ने ना उन्हां शहादतां ते कोई अफसोस प्रगटाया। MSP का साडे नाल वादा कीता सी, ओह मंग साडी प्रवान हाले तक नहीं की। लखीमपुर खीरी घटना के जिहड़े जिम्मेवार व्यक्ति ने उन्होंने इस वक्त जमानत ते रिहा कर दिता। वो कहते भाजपा का भावें ये ते भावें कोई होर आगू होवे, असीं शांतमई प्रदर्शन उन्हां दे खिलाफ जारी रखांगे। तकरीबन 2 घंटे तक उन्होंने प्रदर्शन किया ते इसी दौरान भाजपा के उम्मीदवार किसी होर रस्ते के थाई उन्होंने पिंड विच पहुंचे, पर मीटिंग वो किसी सांझे थां ते नहीं कर सके। एक भाजपा के समर्थक से उन्होंने घर दे विच जाके गलबात करके मीटिंग करके वापस परत आए ने। ते हुण दूसरे पासे भाजपा के कौमी प्रधान जेपी नड्डा भी, प्रधानमंत्री नरेंद्र मोदी जी भी अते राजनाथ सिंह भी जां जिन्ने भी होर भाजपा के वड्डे आगू इस वक्त पंजाब दे विच चोण प्रचार कर रहे हैं,
ਉਹ ਦਾਅਵੇ ਕਰ ਰਹੇ ਨੇ ਕਿ ਭਾਜਪਾ ਦੇ ਵਿੱਚ ਭਾਜਪਾ ਤੇ ਉਹਨਾਂ ਦੇ ਸਹਿਯੋਗੀਆਂ ਦੀ ਸਰਕਾਰ ਬਣ ਰਹੀ ਹੈ, ਪਰ ਥਾਂ ਥਾਂ ਤੇ ਵਿਰੋਧ ਉਹਨਾਂ ਦਾ ਹੋ ਰਿਹਾ ਹੈ। ਬੀਤੇ ਦਿਨੀ ਅਕਾਲੀਆਂ ਦਾ ਤੇ ਕਾਂਗਰਸ ਵਾਲਿਆਂ ਦਾ ਵਿਰੋਧ ਵੀ ਹੋਇਆ ਸੀ, ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ। ਨਾਲ ਹੀ ਜਿੱਥੇ ਭਾਜਪਾ ਦਾ ਵਿਰੋਧ ਹੋਇਆ ਉੱਥੇ ਭਗਵੰਤ ਮਾਨ ਦੇ ਵਿਰੋਧ ਦੀਆਂ ਖਬਰਾਂ ਵੀ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹਾਲੇ ਤੱਕ ਹੋ ਨਹੀਂ ਸਕੀ। ਰਿਹਾਈ ਨਾ ਹੋਣ ਦੇ ਮਸਲੇ ਤੇ ਕੇਜਰੀਵਾਲ ਸਰਕਾਰ ਦੇ ਖਿਲਾਫ ਪਤਾ ਲੱਗਿਆ ਕਿ ਤਲਵੰਡੀ ਸਾਬੋ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਕੁਝ ਆਗੂ ਨੇ ਰੋਸ ਮਾਰਚ ਕੱਢਿਆ। ਉੱਥੇ ਪਹੁੰਚੇ ਹੋਏ ਸੀ ਭਗਵੰਤ ਮਾਨ ਨੂੰ ਉਹਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ, ਜਿਸ ਕਾਰਨ ਸਥਿਤੀ ਉੱਥੇ ਤਣਾਅਪੂਰਨ ਰਹੀ। ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਤਲਵੰਡੀ ਸਾਬੋ ਦੇ ਨਿਸ਼ਾਨੇ ਖਾਲਸਾ ਚੌਕ ਵਿੱਚੋਂ ਦੀ ਲੰਘਣਾ ਸੀ, ਜਿਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਸ਼ਾਂਤੀਪੂਰਵਕ ਉੱਥੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਗਟਾਇਆ। ਉਹਨਾਂ ਨੇ ਥਾਣਾ ਚੌਕ ਤੋਂ ਨਿਸ਼ਾਨੇ ਖਾਲਸਾ ਚੌਕ ਤੱਕ ਰੋਸ ਮਾਰਚ ਕੀਤਾ, ਪਰ ਇਹ ਵੀ ਪਤਾ ਲੱਗਿਆ ਕਿ ਨਿਸ਼ਾਨੇ ਖਾਲਸਾ ਚੌਕ ਪਹੁੰਚਣ ਤੋਂ ਪਹਿਲਾਂ ਹੀ ਡੀਐਸਪੀ ਤਲਵੰਡੀ ਸਾਬੋ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਹ ਗੇਟ ਕੋਲ ਉਹਨਾਂ ਨੂੰ ਬਿਠਾ ਦਿੱਤਾ ਤਾਂ ਕਿ ਭਗਵੰਤ ਮਾਨ ਦੇ ਕਾਫਲੇ ਤੱਕ ਉਹ ਪਹੁੰਚ ਨਾ ਸਕਣ। ਬਾਵਜੂਦ ਇਸ ਤੇ ਪਤਾ ਲੱਗਿਆ ਕਿ ਜਦੋਂ ਭਗਵੰਤ ਮਾਨ ਨਿਸ਼ਾਨੇ ਖਾਲਸਾ ਚੌਕ ਪਹੁੰਚੇ ਤਾਂ ਕੁਝ ਇੱਕ ਨਿਹੰਗ ਸਿੰਘ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੇ ਵਿੱਚ ਕਾਮਯਾਬ ਰਹੇ। ਨਿਹੰਗ ਸਿੰਘ ਆਗੂਆਂ ਨੇ ਉਸ ਮੌਕੇ ਤੇ ਇਹ ਜ਼ਰੂਰ ਆਖਿਆ ਕਿ ਭਗਵੰਤ ਮਾਨ ਦੇ ਨਾਲ ਉਹਨਾਂ ਦਾ ਕੋਈ ਨਿੱਜੀ ਵਿਰੋਧ ਨਹੀਂ, ਪਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਦੀ ਕੇਜਰੀਵਾਲ ਅੜਿੱਕਾ ਬਣੀ ਹੋਈ ਹੈ, ਉਹਨਾਂ ਦੀ ਸਰਕਾਰ ਅੜਿੱਕਾ ਬਣੀ ਹੋਈ ਹੈ ਅਤੇ ਭਗਵੰਤ ਮਾਨ ਇਸ ਮਸਲੇ ਤੇ ਚੁੱਪ ਨੇ। ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਇੱਕ ਸਿੱਖ ਲੜਕੀ ਦੀ ਬੇਪਤੀ ਵੀ ਹੋਈ, ਭਗਵੰਤ ਮਾਨ ਨੇ ਉਹਦੇ ਤੇ ਵੀ ਚੁੱਪ ਧਾਰਨ ਕੀਤੀ, ਜਿਸ ਕਾਰਨ ਅਸੀਂ ਭਗਵੰਤ ਮਾਨ ਨੂੰ ਅੱਜ ਕਾਲੀਆਂ ਝੰਡੀਆਂ ਦਿਖਾਈਆਂ ਨੇ। ਇਹ ਪਹਿਲਾ ਮਸਲਾ ਨਹੀਂ, ਇਹਦੇ ਤੋਂ ਪਹਿਲਾਂ ਵੀ ਕਈਆਂ ਥਾਵਾਂ ਦੇ ਉੱਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਨੇ। ਤੇ ਅਗਲੀ ਜਿਹੜੀ ਖਬਰ ਹੈ ਉਹ, ਕਿਉਂਕਿ ਇਸ ਵਕਤ ਕੋਈ ਆਗੂ ਕਿਸੇ ਪਾਰਟੀ 'ਚ ਜਾ ਰਿਹਾ ਹੈ ਤੇ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਪਾਰਟੀ ਜਾ ਰਿਹਾ ਹੈ। ਬਠਿੰਡੇ ਤੋਂ ਵੀ ਅਤੇ ਫਤਿਹਗੜ੍ਹ ਸਾਹਿਬ ਤੋਂ ਵੀ ਸੰਸਦ ਮੈਂਬਰ ਰਹੇ। ਬਠਿੰਡੇ ਤੋਂ ਅਕਾਲੀ ਦਲ ਦੇ ਅਤੇ ਬਾਅਦ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੀ ਹਰਿੰਦਰ ਸਿੰਘ ਖਾਲਸਾ। ਕੱਲ ਇੱਕ ਵਾਰ ਮੁੜ ਕੇ ਫਿਰ ਉਹ ਅਕਾਲੀ ਦਲ ਦੇ ਰੰਗ ਵਿੱਚ ਰੰਗੇ ਗਏ। ਉਹ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਗਏ ਸੀ। ਫਤਿਹਗੜ੍ਹ ਸਾਹਿਬ ਤੋਂ ਚੋਣ ਵੀ ਲੋਕਾਂ ਨੇ ਜਿਤਾ ਦਿੱਤੀ ਸੀ। ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਾਏ ਬਾਏ ਕਰ ਦਿੱਤਾ ਸੀ, ਅਲਵਿਦਾ ਆਖ ਦਿੱਤੀ ਸੀ ਤੇ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਜਦੋਂ ਤਿੰਨੇ ਖੇਤੀ ਦੇ ਕਾਨੂੰਨ ਬਣੇ, ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਕੱਲ ਮੁੜ ਕੇ ਉਹਨਾਂ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਅਕਾਲੀ ਦਲ ਦੇ ਵਿੱਚ ਸਵਾਗਤ ਕੀਤਾ। ਘਰ ਵਾਪਸੀ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਅਸਲ ਪਾਰਟੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵੇਂ ਸਿੱਖ ਵਿਰੋਧੀ ਨੇ। ਹੁਣ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਲੀਡਰ ਇੱਧਰ ਉੱਧਰ ਭੱਜ ਦੌੜ ਕਰ ਰਹੇ ਨੇ, ਉਹਨਾਂ ਦੇ ਵਿੱਚ ਵੀ ਹਰਿੰਦਰ ਸਿੰਘ ਖਾਲਸਾ ਦਾ ਨਾਮ ਵੀ ਜੁੜ ਗਿਆ ਹੈ। ਤੇ ਅਗਲੀ ਖਬਰ, ਬੀਤੇ ਦਿਨੀ ਜਦੋਂ ਜਲੰਧਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ, ਉਹਨਾਂ ਦਾ ਇੱਕ ਬਿਆਨ ਤੇ ਉਹਦੇ ਉੱਤੇ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਦੋਸ਼ ਲਾਏ ਸੀ ਮੋਦੀ ਹੋਰਾਂ ਨੇ, ਉਹਦਾ ਜਵਾਬ ਦੇ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਬਾਦਲ ਨੇ ਭਾਜਪਾ ਦੇ ਮਨੋਰੰਜਨ ਕਾਲੀਆ ਦੀ ਥਾਂ ਤੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਸੀ। ਇਹ ਜਿਹੜਾ ਬਿਆਨ ਹੈ ਉਹ ਕਹਿੰਦੇ ਇਹਦੇ ਤੇ ਮੈਂ ਦੱਸਣਾ ਚਾਹੁੰਦਾ, ਪਰ ਮੈਂ ਤਾਂ ਕਹਿੰਦੇ ਮੋਦੀ ਜੀ ਦਾ ਇਹ ਬਿਆਨ ਸੁਣ ਕੇ ਹੈਰਾਨ ਹੋ ਗਿਆ। ਉਹ ਕਹਿੰਦੇ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਦਰਅਸਲ ਪਹਿਲੀ ਗੱਲ ਤਾਂ ਕਿ ਭਾਜਪਾ ਲੀਡਰਸ਼ਿਪ ਨੇ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਸੀ ਕੀਤੀ। ਦੂਸਰੀ ਗੱਲ, ਸੁਖਬੀਰ ਬਾਦਲ ਨੂੰ ਜਦੋਂ ਡਿਪਟੀ ਸੀਐਮ ਬਣਾਇਆ ਗਿਆ ਤਾਂ ਉਹ ਭਾਜਪਾ ਆਗੂਆਂ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਕਿ ਬੁੱਕਲ ਚਗੁੜ ਨਹੀਂ ਸੀ ਭੰਨਿਆ ਗਿਆ। ਉਹਨਾਂ ਨੂੰ ਪੁੱਛ ਕੇ ਡਿਪਟੀ ਸੀਐਮ ਸੁਖਬੀਰ ਨੂੰ ਬਣਾਇਆ ਸੀ। ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨਾਲ ਲਗਾਅ ਦੱਸਣ ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਦਾ ਸੱਚਮੁੱਚ ਪੰਜਾਬ ਦੇ ਨਾਲ ਲਗਾਅ ਏ ਤਾਂ 700 ਤੋਂ ਵੱਧ ਕਿਸਾਨ ਸ਼ਹੀਦ ਨਾ ਹੁੰਦੇ। ਖੇਤੀ ਕਾਨੂੰਨ ਲੋਕਾਂ ਦੀ ਸਹਿਮਤੀ ਤੋਂ ਬਗੈਰ ਨਾ ਬਣਦੇ। ਜਦੋਂ ਕਿ ਕਹਿੰਦੇ ਕੋਈ ਵੀ ਕਾਨੂੰਨ ਬਣਾਉਣਾ ਹੁੰਦਾ ਤਾਂ ਲੋਕਾਂ ਦੀ ਸਹਿਮਤੀ ਦੇ ਨਾਲ ਬਣਾਇਆ ਜਾਂਦਾ ਹੈ। ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ
ਕੇਂਦਰ ਸਰਕਾਰ ਨੂੰ ਕਿਸਾਨਾਂ ਤੇ ਵੱਖ-ਵੱਖ ਪਾਰਟੀਆਂ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਨੀ ਚਾਹੀਦੀ ਸੀ। ਪਰ ਉਹ ਕਹਿੰਦੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਭੂਮਿਕਾ ਸਭ ਤੋਂ ਵਧੀਆ ਰਹੀ। ਹਰਸਿਮਰਤ ਕੌਰ ਬਾਦਲ ਨੇ ਕਿਹੜੇ ਮੰਤਰੀ ਦਾ ਅਹੁਦਾ ਛੱਡਿਆ, ਸੁਖਬੀਰ ਨੇ ਸੰਸਦ ਵਿੱਚ, ਹਰਸਿਮਰਤ ਨੇ ਸੰਸਦ ਦੇ ਵਿੱਚ ਇਸ ਦੇ ਖਿਲਾਫ ਵੋਟ ਪਾਈ। ਪਰ ਹੁਣ ਸਵਾਲ ਇਹ ਹੈ ਕਿ ਜਿੰਨੇ ਕਾਨੂੰਨ ਤੁਸੀਂ ਸਰਕਾਰ ਦੇ ਵਕਤ ਬਣਾਉਂਦੇ ਰਹੇ ਹੋ, ਆਪਣੇ ਕਾਰਜਕਾਲ ਦੇ ਵਿੱਚ ਬਣਾਉਂਦੇ ਰਹੇ ਹੋ, ਕਿ ਸੱਚਮੁੱਚ ਲੋਕਾਂ ਨੂੰ ਪੁੱਛ ਕੇ ਬਣਾਉਂਦੇ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਜੀ, ਤੁਹਾਡੀਆਂ ਚਿਕਨੀਆਂ ਚੋਪੜੀਆਂ ਸ਼ਾਇਦ ਹੁਣ ਨਾ ਚੱਲਣ। ਤੁਸੀਂ ਚੇਤੇ ਕਰੋ ਕਿ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ, ਲੋਕ ਨਹੀਂ ਹਲੇ ਭੁੱਲੇ। ਤੁਸੀਂ ਇਹਨਾਂ ਕਾਨੂੰਨਾਂ ਨੂੰ ਸਹੀ ਠਹਿਰਾਇਆ ਸੀ, ਪਰ ਹੁਣ ਜਦੋਂ ਉਹ ਤੁਹਾਡੀ ਬਾਹ ਨੂੰ ਮਰੋੜਾ ਦੇ ਗਏ ਕਿ ਸਾਡੇ ਨਾਲ ਅਸੀਂ ਤਾਂ ਛੋਟੇ ਭਾਈ ਦਾ ਧਰਮ ਨਿਭਾਉਂਦੇ ਰਹੇ, ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਭਾਈ ਵਾਲਾ ਧਰਮ ਨਿਭਾਇਆ ਨਹੀਂ, ਹੁਣ ਚੀਸ ਪਈ ਹੈ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੂੰ ਇਹ ਕਰਾਰਾ ਤੇ ਸਖਤ ਜਵਾਬ ਦਿੱਤਾ ਹੈ। ਅਗਲੀ ਜਿਹੜੀ ਖਬਰ ਹੈ, ਕਾਂਗਰਸ ਤੇ ਇਸ ਵਕਤ ਮਾਨਸਾ ਤੋਂ ਉਮੀਦਵਾਰ ਵੀ ਨੇ ਅਤੇ ਗਾਇਕ ਕਲਾਕਾਰ ਵੀ ਨੇ ਸਿੱਧੂ ਮੂਸੇਵਾਲਾ, ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ। ਇੱਕ ਵਾਰ ਫਿਰ ਉਹ ਵਿਵਾਦਾਂ ਦੇ ਵਿੱਚ ਫਸ ਗਏ ਹੈ। ਸਿੱਧੂ ਦੇ ਖਿਲਾਫ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਕੇਸ ਬੀਤੇ ਦਿਨੀ ਦਰਜ ਕਰਵਾਇਆ ਗਿਆ ਸੀ। ਉਹਦੇ ਤੋਂ ਬਾਅਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਜਵਾਬ ਤਲਬੀ ਕੀਤੀ ਹੈ ਅਤੇ ਇਹ ਜਵਾਬ ਉਸ ਨੂੰ 2 ਮਾਰਚ ਨੂੰ ਦੇਣਾ ਹੋਊਗਾ। 2 ਮਾਰਚ ਤੱਕ ਦਾ ਉਹਦੇ ਕੋਲ ਸਮਾਂ ਹੈ। ਦੱਸਣਾ ਬਣਦਾ ਕਿ ਸ਼ਿਕਾਇਤ ਕਰਨ ਵਾਲੇ ਵਕੀਲ ਨੇ ਸ਼ਿਕਾਇਤ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੇ ਸੰਜੂ ਗੀਤ ਦੇ ਵਿੱਚ ਵਕੀਲਾਂ ਦੇ ਬਾਰੇ ਅਪਮਾਨਜਨਕ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ। ਉਹਨੇ ਜਾਣਬੁੱਝ ਕੇ ਵਕੀਲਾਂ ਦਾ ਅਕਸ ਖਰਾਬ ਕਰਨ ਦੇ ਵਾਸਤੇ ਅਪਮਾਨਜਨਕ ਸ਼ਬਦ ਵਰਤੇ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਸੰਜੂ ਗੀਤ ਦੇ ਰਾਹੀਂ, ਪੰਜਾਬ ਇੱਕ ਬਾਰਡਰ ਸਟੇਟ ਹੈ, ਬਾਰਡਰ ਸਟੇਟ ਦੇ ਨੌਜਵਾਨਾਂ ਨੂੰ ਹਿੰਸਾ ਤੇ ਦੰਗੇ ਫਸਾਦ ਲਈ ਪ੍ਰੇਰਿਤ ਕੀਤਾ ਹੈ। ਸਿੱਧੂ ਮੂਸੇਵਾਲੇ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ, ਇਸ ਗੱਲ ਦੇ ਉਹਨਾਂ ਨੇ ਦੋਸ਼ ਲਾਏ ਨੇ। ਉਹਨਾਂ ਕਿਹਾ ਕਿ ਆਈਪੀਸ ਦੀਆਂ ਧਾਰਾਵਾਂ, ਆਰਮਸ ਐਕਟ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਸਿੱਧੂ ਦੇ ਖਿਲਾਫ ਮੁਕੱਦਮਾ ਬਣਦਾ ਹੈ। ਉਹਨਾਂ ਨੇ ਆਖਿਆ ਕਿ ਮੁਲਕ ਦੇ ਖਿਲਾਫ ਅਪਰਾਧਿਕ ਸਾਜ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਵਕੀਲਾਂ ਦਾ ਅਕਸ ਖਰਾਬ ਕਰਨ ਦੀ ਸਿੱਧੂ ਮੂਸੇਵਾਲੇ ਨੇ ਕੋਸ਼ਿਸ਼ ਕੀਤੀ ਹੈ। ਇਸ ਲਈ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਬਣਦੀ ਹੈ। ਇਹ ਕੇਸ ਬੀਤੇ ਦਿਨੀ ਐਡਵੋਕੇਟ ਸੁਨੀਲ ਕੁਮਾਰ ਮੱਲਣ ਨੇ ਦਰਜ ਕਰਵਾਇਆ ਸੀ। ਸਿੱਧੂ ਮੂਸੇਵਾਲਾ ਜਿੱਥੇ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ, ਉਹਦੇ ਨਾਲ ਸੰਜੂ ਗੀਤ ਦੇ ਮਿਊਜ਼ਿਕ ਡਾਇਰੈਕਟਰ ਗਗਨਦੀਪ ਸਿੰਘ, ਵੀਡੀਓ ਡਾਇਰੈਕਟਰ ਨਵਕਰਨ ਬਰਾੜ ਅਤੇ ਕਈ ਹੋਰਨਾਂ ਨੂੰ ਵੀ ਇਸ ਕੇਸ ਦੇ ਵਿੱਚ ਧਿਰ ਬਣਾਇਆ ਗਿਆ। ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਐਡਵੋਕੇਟ ਨੇ ਮੂਸੇਵਾਲਾ ਨੂੰ ਇਸੇ ਗੀਤ ਨੂੰ ਆਧਾਰ ਬਣਾ ਕੇ 15 ਜੁਲਾਈ 2021 ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ, ਪਰ ਸਿੱਧੂ ਮੂਸੇਵਾਲਾ ਨੇ ਉਹਦਾ ਕੋਈ ਜਵਾਬ ਨਹੀਂ ਸੀ ਦਿੱਤਾ। ਹੁਣ ਸਿੱਧੂ ਮੂਸੇਵਾਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਉਹਨਾਂ ਨੇ ਮੰਗ ਕੀਤੀ ਸੀ ਤੇ ਮਾਨਯੋਗ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਨਾਲ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਿੰਨੀ ਕਮਾਈ ਇਸ ਗੀਤ ਤੋਂ ਸਿੱਧੂ ਨੇ ਕੀਤੀ ਹੈ, ਉਹ ਵਕੀਲਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਬਾਰ ਕੌਂਸਲ ਆਫ ਪੰਜਾਬ ਹਰਿਆਣਾ ਦੇ ਐਡਵੋਕੇਟ ਵੈਲਫੇਅਰ ਫੰਡ ਦੇ ਵਿੱਚ ਜਮ੍ਹਾਂ ਕਰਵਾਈ ਜਾਵੇ। ਦੱਸਣਾ ਬਣਦਾ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਇਹ ਪਹਿਲਾ ਕੇਸ ਨਹੀਂ। ਇਹਦੇ ਤੋਂ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ AK-47 ਚਲਾਉਣ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਸਿੱਧੂ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਸੀ। ਇਸੇ ਤਰ੍ਹਾਂ ਮਾਨਸਾ ਦੇ ਵਿੱਚ ਵੀ ਫਰਵਰੀ 2020 ਦਾ ਇੱਕ ਭੱਦੀ ਸ਼ਬਦਾਵਲੀ ਇਸਤੇਮਾਲ ਕਰਨ ਕਰਕੇ ਉਹਦੇ ਖਿਲਾਫ ਮਾਮਲਾ ਵੀ ਹੈ। ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਹੈ। ਜਦੋਂ ਕਿ ਇੱਕ ਅਪਰਾਧਕ ਕੇਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਜ਼ਮਾਨਤ ਮਿਲੀ ਸੀ ਤਾਂ ਉਸਨੇ ਅੰਡਰਟੇਕਿੰਗ ਦਿੱਤੀ ਸੀ, ਭਾਵ ਉਸ ਨੂੰ ਸ਼ਰਤਾਂ ਦੇ ਉੱਤੇ ਜ਼ਮਾਨਤ ਦਿੱਤੀ ਗਈ ਸੀ। ਸ਼ਰਤਾਂ ਇਹ ਸਨ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਉਹ ਭੜਕਾਊ ਗੀਤ ਨਹੀਂ ਗਾਵੇਗਾ। ਪਰ ਐਡਵੋਕੇਟ ਸਾਹਿਬ ਨੇ ਇਸ ਸ਼ਿਕਾਇਤ ਵਿੱਚ ਫਿਰ ਲਿਖਿਆ ਹੈ ਕਿ ਮਾਨਯੋਗ ਅਦਾਲਤ ਇਸ ਗੱਲ ਤੇ ਗੌਰ ਕਰੇ ਕਿ ਜਿਹੜੀਆਂ ਉਹਨੂੰ ਜ਼ਮਾਨਤ ਦੀਆਂ ਸ਼ਰਤਾਂ ਸਨ ਕਿ ਇਸ ਤਰ੍ਹਾਂ ਦੇ ਭੜਕਾਊ ਗੀਤ ਗਾਏਗਾ ਨਹੀਂ, ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰੇਗਾ, ਉਸ ਜ਼ਮਾਨਤ ਨੂੰ ਮਿਲਣ ਤੋਂ ਬਾਅਦ ਉਹਦੇ ਲਗਾਤਾਰ ਇਸ ਤਰ੍ਹਾਂ ਦੇ ਗੀਤ ਆਉਂਦੇ ਰਹਿੰਦੇ ਹੈ ਅਤੇ ਉਸਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਹੁਣ 2 ਮਾਰਚ ਨੂੰ ਸੱਦ ਲਿਆ ਗਿਆ। ਵੇਖਦੇ ਹਾਂ ਕਿ ਸਿੱਧੂ ਮੂਸੇਵਾਲਾ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ ਕੀਤੀ। ਆ ਜਿਹੜਾ ਮੁਕੱਦਮਾ ਕੀਤਾ ਇਹਦਾ ਕੀ ਜਵਾਬ ਦਿੰਦੇ ਨੇ। ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਨੇ ਕਿਉਂਕਿ ਸੱਚਮੁੱਚ ਉਹਨਾਂ ਦੇ ਇਸ ਤਰ੍ਹਾਂ ਦੇ ਗੀਤ
ਉਸ ਜ਼ਮਾਨਤ ਮਿਲਣ ਤੋਂ ਬਾਅਦ ਜਿਹੜੀਆਂ ਸ਼ਰਤਾਂ ਸਨ ਉਹਦੀਆਂ ਉਲੰਘਣਾ ਜ਼ਰੂਰ ਕਰਦੇ ਨੇ। ਪਰ ਵੇਖਦੇ ਹਾਂ ਕੋਈ ਆਪਣਾ ਜਵਾਬ ਕਿਸ ਤਰੀਕੇ ਨਾਲ ਦਾਇਰ ਕਰਦੇ ਨੇ। ਇੱਕ ਪਾਸੇ ਚੋਣ ਮੈਦਾਨ ਭਖਿਆ ਹੋਇਆ ਹੈ, ਗਿਣਤੀ ਦੇ ਦਿਨ ਰਹਿ ਗਏ ਹੈ, 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋ ਜਾਣੀਆਂ ਨੇ। ਵੇਖੋ ਕਿ ਕੌਣ ਜਿੱਤਦਾ ਹੈ, ਕੌਣ ਸਰਕਾਰ ਬਣਾਉਂਦਾ ਹੈ ਤੇ ਕੌਣ ਹਾਰਦਾ ਹੈ। ਦੋਸਤੋ, ਇਹ ਸਨ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖੱਟੀਆਂ ਮਿੱਠੀਆਂ ਜਿਹੀਆਂ ਖਬਰਾਂ। ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।